अस्सलाम वालेकुम ख़वातीन और हज़रात, शुरू करते हैं आज का हस्ब-ए-हाल। मैं हूं जिसका मेज़बान जुनैद सलीम। नज़्म शो का आगाज़ कर रहे हैं अपने मेहमानों से गुफ्तगू से। मेरे ये बाएं हाथ तशरीफ़ रखते हैं अमरीकी सदर जो बाइडन, उनके साथ बैठे हैं साबिक अमरीकी सदर बराक ओबामा, और वो कोने में स्टूल पे बैठे कुर्सी पे तशरीफ़ रखते हैं साबिक अमरीकी सदर डोनाल्ड ट्रंप। ਪੁੱਤ ਮੈਂ ਸਟੂਲ ਤੇ ਹੋਵਾਂ ਭਾਵੇਂ ਕੁਰਸੀ ਤੇ ਹੋਵਾਂ, ਲੋਕਾਂ ਮੈਨੂੰ ਯਾਦ ਕਰਨਾ ਹੀ ਕਰਨਾ। ਆ ਬੜਾ ਮੀਡੀਆ ਵਾਲੇ ਤਾਂ ਚੱਕੀ ਹੀ ਗੱਲ ਬਈ ਟਰੰਪੂ ਬੜਾ ਬਦਤਮੀਜ਼ ਆ, ਬਾਬਾ ਬੜਾ ਹੁਣ ਡੀਸੈਂਟ ਆ ਗਿਆ। ਹੁਣ ਬਾਬੇ ਗਾਲ ਕੱਢ ਦਿੱਤੀ ਮੀਡੀਆ ਵਾਲਿਆਂ ਨੂੰ, ਹੁਣ ਚੰਗੇ ਰਹੇ ਹੋ। फॉक्स न्यूज के रिपोर्टर को मसूफ ने गाली दे दी है, क्या हो गया आपको सर? सर जी लाहौर ठंड ही इन्नी पैन रही है, मुंह निकल गई गाल फिर क्या है? ਉਹ ਠੰਡ ਲਾਹੌਰ ਪੈਣ ਡਈ ਆ, ਗਾਲ ਤੇਰੇ ਮੂੰਹ ਵਾਸ਼ਿੰਗਟਨ ਚ ਨਿਕਲਣ ਡਈ ਆ, ਏਡੀਆਂ ਤੈਨੂੰ ਟੀਸਾਂ ਚੜਨ ਡਈਆਂ ਠੰਡ ਦੀਆਂ। ओ भाई शायर कहता है लाहौर शहर तो जंज टुरी थे, ढोल पशौरों खड़के कराची तक दिल धड़के, हाय कराची तक दिल धड़के। क्या हो रहा है? ਇਹ ਤੁਹਾਂ ਬਾਜੇ ਵਾਲੇ ਬਾਲੇ ਆ ਕੂਕ ਚ। ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ, ਤੁਸੀਂ ਆਂਦੇ ਹੋ ਨਹੀਂ ਬੜੇ ਡੀਸੈਂਟ ਬਾਬੇ ਹੋ ਰਹੀ ਆ। ਇਹ ਮੈਂ ਤੇ ਇਹਦਾ ਸਕੂਲ ਦਾ ਰਿਕਾਰਡ ਕਢਾ ਬੈਠਾ, ਇਹਦਾ ਤੇ 3-4 ਵਾਰੀ ਸਕੂਲੋਂ ਨਾ ਇਸ ਕੋਲੋਂ ਕੱਟਿਆ ਗਿਆ ਸੀ ਜੀ, ਬੱਚਾ ਗਾਲਾਂ ਬੜੀਆਂ ਕੱਢਦਾ। ਆ ਫੇਰ ਮੈਟ੍ਰਿਕ ਦੇ ਨਤੀਜੇ ਵਾਲੇ ਦਿਨ ਵੀ ਇਹਨੂੰ ਫੈਂਟੀ ਪਈ ਸਕੂਲੋਂ, ਜਦੋਂ ਆਸਤਾਨੀ ਨੇ ਕਿਹਾ ਨਾ ਜੋ ਬਾਈਡਨ ਫੇਲ, ਤੇ ਇਹਨੇ ਅੱਗੋਂ ਗਾਲ ਕੱਢਤੀ। क्या हो गया? उनके मुंह से गाली निकल गई, लेकिन 1 घंटे के बाद उनको अपनी गलती का एहसास हो गया। उन्होंने फॉक्स न्यूज के रिपोर्टर को फोन किया और माजरत की। ये भी तो बड़ी बात। एग्जैक्टली, एब्सोल्युटली राइट। अल्लाह भला करे ताड़ा जुनैद साहब। गाली असल जेब है। 1 घंटे बाद जी उस साफी से माफी मांगी है फोन करके फौरी। बड़ी बात। हालांकि इनके फोन में बैलेंस नहीं था। मैंने दिया $1.5। वो भाईजान $1.5 मुझे देना आपने। वो दे देंगे $1.5। साहब अपना साहब मामा थी हमें। मामला तो ठप हो लेंगे। ठीक है, तो फौरन माफी मांगी और सारी दुनिया ने सराहा है कि माफी मांगी। और ये शख्स ट्रंप जिसका नाम है, इसने तो सारी जिंदगी किसी से सॉरी किया ही नहीं। ਪੁੱਤ ਅਸੀਂ ਕਦੀ ਕਿਸੇ ਨੂੰ ਗਾਲ ਹੀ ਨਹੀਂ ਕੱਢੀ, ਜਦੋਂ ਦਿਲ ਕੀਤਾ ਗਾਲ ਕੱਢਣ ਨੂੰ ਦਿਲ 'ਚ ਘੁੱਟ ਲਈ ਆ। ਮੇਰਾ ਮਤਲਬ ਆ ਹੁਣ ਇਹ ਗਾਲਾਂ ਕੱਢੇਗਾ ਲੋਕਾਂ ਨੂੰ, ਇਹ ਤੇ ਵੇਖੋ ਜਰਾ, ਇਹ ਤੇ ਮਾਈਕ ਇਹਨੂੰ ਪਤਾ ਹੀ ਨਹੀਂ, ਬਜ਼ੁਰਗ ਆਦਮੀ ਬੁੱਢਾ ਬੰਦਾ, ਇਹਨੂੰ ਕੀ ਪਤਾ ਕਿ ਮਾਈਕ ਪਏ ਆ। ਇਹ ਤੇ ਮਾਈਕ ਨੇ ਫੜ ਲਈ ਗਾਲ ਇਹਦੀ ਪੁੱਤ ਜਨੈਦ, ਵਰਨਾ ਇਹਨੇ ਤੇ ਮੰਨਣਾ ਹੀ ਨਹੀਂ ਸੀ ਮੈਂ ਗਾਲ ਕੱਢੀ ਆ। ਉਹ ਤੇ ਫਿਰ ਜਦੋਂ ਰਿਕਾਰਡਿੰਗ ਵਾਲਿਆਂ ਨੇ ਚਲਾਈ ਨਾ ਦੁਬਾਰਾ ਗਾਲ ਇਹਦੀ, ਉਹਨਾਂ ਕਿਹਾ ਬਾਬਾ ਗਾਲ ਕੱਢ ਬੈਠਾ। देखिए, रिकॉर्ड उठा के देखे तो आपने अखबार नवीसों के साथ इनसे कहीं ज्यादा बदतहजीबी और बदतमीजी का मुजाहरा किया। ਪੋਤੇ ਹੁਣ ਇਹ ਹੁਣ ਤੂੰ ਉਹਦੇ ਨਾਲ ਰਲ ਗਈ। नहीं, रल के गए हैं, रिकॉर्ड पे मौजूद है। ਗਲਤ ਗੱਲ ਹੈ। आप तो बहुत बदतमीजी करते थे। ਪਿਛਲੇ ਰਿਕਾਰਡਾਂ ਨੂੰ ਗੋਲੀ ਮਾਰੋ, ਨਵੀਂ ਗਾਲ ਡਿਸਕਸ ਕਰੋ। ਹੱਦ ਹੋ ਗਈ ਆ। ਤੁਸੀਂ ਹੁਣ ਪਾਕਿਸਤਾਨੀ ਜਿੰਨੇ ਵੀ ਤੁਸੀਂ ਸਾਫੀ ਹੋ, ਹੁਣ ਤੁਸੀਂ ਆ ਕਰੰਟ ਇਸ਼ੂਆਂ ਦੇ ਉੱਤੇ ਹੀ ਰਗੜਨ ਡੇ ਹੋ, ਤੇ ਹੁਣ ਸਾਡੀ ਵਾਰੀ ਤੁਸੀਂ ਪੁਰਾਣੀਆਂ ਗੱਲਾਂ ਕੱਢ ਲਈਆਂ। ਇਦਾਂ ਤੇ ਲੈਣਾ ਕਰੋ। ਹੁਣ ਆ ਗਾਲ ਕੱਢੀ ਆ ਬਾਬੇ ने इधर रगड़ो ਇਹਨੂੰ टीवी ਦੇ रगड़े। देखिए, वो परेशानी के आलम में है। वहां पे ओमिक्रॉन वायरस ने तबाही फैलाई हुई है, महंगाई अपने जोरों पे है, ਉਹ वो परेशान है। ਇਹਨੂੰ ਕਾਦੀ ਪ੍ਰੋਬਲਮ ਆ, ਇਹਨੂੰ ਕਾਦੀ ਟੈਨਸ਼ਨ, ਇਹਦੀ ਕਿਹੜੀ ਦੰਦਾਂ ਦੀ ਬੀੜ ਗਵਾਚ ਗਈ ਆ। ਮੇਰਾ ਮਤਲਬ ਆ ਇਹਨੂੰ ਤੇ ਖੁਸ਼ ਹੋਣਾ ਚਾਹੀਦਾ। ਇਹਨੇ ਕਰੋਨੀਆਂ ਸ਼ਰੋਨੀਆਂ 'ਚ ਵੀ ਏਡੀ ਉਮਰ ਦਾ ਬਾਬਾ ਭੱਜਾ ਫਿਰਦਾ। ये देखिए ये ट्रंप से कहें कि भाईजान की एज की बात ना करें। वो सदर है, कोई उनकी मंगनी नहीं हो रही। उनकी एज देखें क्या है। ਓਏ ਏਜ ਵੇਖਣੀ ਪੈਂਦੀ ਆ। ਏਡਾ ਬੁੱਢਾ ਬੰਦਾ ਬਾਤਾ, ਪਤਾ ਨਹੀਂ ਉਹਨੂੰ ਮੈਂ ਗਾਲ ਕੱਢਣ ਡਿਆ ਕਿ ਗੱਲ ਕਰਨ ਡਿਆ। और सदर जितना भी सियाना हो ना उन्हें ही चंगा होता है। जुनैद साहब, आपने वो मुहावरा डेफिनेट सुना होगा, न्यू 9 days एंड ओल्ड 100 days। जी नवा 9 दिन, पुराना 100 दिन। समझ गए नहीं? ਪੁੱਤ ਜਨੈਦ, ਮੈਂ ਤੈਨੂੰ ਦੱਸ ਦਵਾਂ, ਇਹਨੇ ਫੇਰ ਕਿਧਰੇ ਬੜੀ ਖਤਰਨਾਕ ਜਗ੍ਹਾ ਤੇ ਗਾਲ ਕੱਢ ਦੇਣੀ ਆ। ਇਹ ਸੱਜੇ ਖੱਬੇ ਜਾਂਦਾ ਰਹਿੰਦਾ ਅਮਰੀਕਾ ਦਾ ਸਦਰ, ਇਹਨੂੰ ਹੱਲੇ ਵੀ ਢਾ ਦਵੋ। ਇਹਦੀ ਜਗ੍ਹਾ ਤੇ ਚਾਚੇ ਟਰੰਪ ਨੂੰ ਬਹਾ ਲਵੋ, ਚੰਗੇ ਰਹੋਗੇ। ਇਹਦੇ ਮੂੰਹੋਂ ਗਾਲ ਨਿਕਲਣੀ ਆ। ਤੁਸੀਂ ਇਹਨੂੰ ਮਹੱਲੇ ਦੀਆਂ ਮਾਈਆਂ ਨਾਲ ਲੜਦਿਆਂ ਨਹੀਂ ਵੇਖੇ ਆ। ਇਹ ਤੇ ਜਾ ਕੇ ਪੁੱਛੋ ਇਹਦੇ ਮਹੱਲੇ ਦੇ ਦਰਜੀ ਕੋਲੋਂ,
ਉਹਦੇ ਕੋਲ ਪੁੱਛੀਏ ਨਾ ਜਬਾਡਣ ਤੇਰੇ ਕੋਲੋਂ ਕੱਪੜੇ ਸੁਣਾਉਂਦਾ, ਉਹ ਕਹਿੰਦਾ ਉਹੀ ਬਾਬਾ ਜਿਹੜਾ ਗਾਲਾਂ ਬੜੀਆਂ ਕੱਢਦਾ। ओ जाने दे यार। ਪੋਤੇ ਦੀਆਂ ਗਾਲਾਂ ਤੇ ਇੰਨੀਆਂ ਮਸ਼ਹੂਰ ਆ, ਇਹਦੀਆਂ ਤੇ ਨੂੰਹਾਂ ਇਹਦੇ ਪੋਤਰਿਆਂ ਨੂੰ ਇਹੋ ਹੀ ਡਰਾ ਕੇ ਸਵਾਉਂਦੀਆਂ। ਉਤਰਿਓ ਸੌਂ ਜਾਓ, ਫਿਰ ਦਾਦਾ ਗੱਦੀਆਂ ਗਾਲਾਂ ਕੱਢੇਗਾ ਜੀ। और यस, ये गालियां तो निकालते हैं, हम तनख्वाह मांगे तो गालियां देते हैं। ਉਹ ਭਾਈ ਬਜ਼ੁਰਗ ਕਹਿੰਦੇ ਨੇ ਸਦਰ ਦੀਆਂ ਗਾਲਾਂ ਘਿਓ ਦੀਆਂ ਨਾਲਾਂ। ਉਹ ਬਹਿ ਜਾ, ਐਡਾ ਤੂੰ ਚਲਾਕ, ਇਹਦੀਆਂ ਗਾਲਾਂ ਦਾ ਹੀ ਫਿਰ ਹਲਵਾ ਬਣਵਾ ਲਿਆ ਕਰ ਘਰ। ਘਿਓ ਦੀਆਂ ਨਾਲਾਂ। अच्छा मिस्टर जो बाइडेन, आप परेशान तो हैं ना? अभी जो ओपिनियन पोल आया है, जो अवामी सर्वे आया है, उसमें आपकी जो मकबूलियत की रेशो है वो बहुत गिर गई है। 56% लोगों ने आपको डिसअप्रूव किए, आपको पसंद नहीं किया। सिर्फ 43% लोग आपके हक में। ਪੁੱਤ ਜਿਹੜੇ 43% ਹੈ ਨਾ, ਹੌਲੀ ਹੌਲੀ ਇਲੈਕਸ਼ਨਾਂ ਵੱਲ ਜਾ ਲੈਂਦੇ। ਇਲੈਕਸ਼ਨ ਤੋਂ ਪਹਿਲੇ ਜ਼ੀਰੋ ਹੋ ਜਾਣੇ ਆ, ਜ਼ੀਰੋ। वो कहते हैं मैं महंगाई पे काबू पा के दोबारा हीरो बन जाऊंगा। आप ਮਹਿੰਗਾਈ ਇਹਨੇ ਇਹੋ ਜੀ ਕਰ ਛੱਡੀ ਆ ਕਿ ਮੈਨੂੰ ਤੇ ਲੱਗਦਾ ਮੈਂ ਕਈ ਵਾਰੀ ਆਪਣਾ ਅਲਮਾਰੀ ਚੋਂ ਪਾਸਪੋਰਟ ਕੱਢ ਕੇ ਵੇਖਿਆ, ਮੈਂ ਪਾਕਿਸਤਾਨੀ ਆ ਜਾਂ ਅਮਰੀਕੀ ਆ, ਇੰਨੀ ਮਹਿੰਗਾਈ ਹੋ ਗਈ ਆ। ਰੱਬ ਜਾਣਦਾ ਮਾੜੇ ਬੰਦੇ ਦਾ ਤੇ ਅਮਰੀਕਾ 'ਚ ਵੀ ਬੇੜਾ ਗਰਕ ਕਰਤਾ ਇਸ ਬਾਬੇ ਦੀ ਹਕੂਮਤ ਨੇ। ਅਮਰੀਕਾ 'ਚ ਵੀ ਸੋਚ ਸਕਦਾ ਸੀ ਕੋਈ, ਅਮਰੀਕਾ 'ਚ ਵੀ $150 ਦੇ ਕਿਲੋ ਮੋਂਗਰੇ ਵਿਕਣ ਡਏ। अब मोंगरे बहुत एक ऐसी सब्जी सी जेडी बीफ च पा ली दी। खुशकिस्मत हैं वो लोग जिनको खाने से पहले पता चल जाता है ये फिश है, मटन है या बीफ है। सारे नु पता लग जाता, तू खा खा मेरा ही मार ले अपना। एडा डंगर जे इनू भावें सब्जी च लकड़ी पा के खवा दियो, खा जांदा। लकड़ चापदा भी कहन दिया हुंदा, हड्डी बड़ी स्वादी। ज्यादा से ज्यादा कभी कभार ये एतराज करता है कि गली ठीक नहीं है। एक बारी सालन वाले डोंगे च मेरे कुक दा पेन डिग पिया। ਇਹ ਮੋਟਾ ਮੇਰੇ ਨਾਲ ਵੀ ਗਾਰਡ ਸੀ, ਨਾਮ ਰਾਤ ਪੈਨ ਫੜ ਕੇ ਉਹਦੇ ਚੋਂ ਮਿੱਖ ਕੱਢਦਾ ਰਿਹਾ ਕਿੰਨੀ ਦੇਰ। ਉਹ ਕੁੱਕ ਨੇ ਆ ਕੇ ਦੱਸਿਆ, ਬਾਊ ਜੀ ਮੇਰਾ ਪੈਨ ਡਿੱਗ ਪਿਆ, ਉਰਾ ਫੜਾ ਦਿਓ, ਇਹ ਹੱਡੀ ਨਹੀਂ। और वो जो पेन में से स्याही गिरी थी ना, उसको बाद में मिक्स समझ के चाटता रहा। ਪੁੱਤ ਮੈਂ ਹੱਲੇ ਵੀ ਕਹਿਣਾ ਅਮਰੀਕਾ ਦੇ ਬੰਦਿਆਂ ਨੂੰ ਵੀ ਕਹੋ ਤੇ ਆਪਣੇ ਮੀਡੀਆ 'ਚ ਵੀ ਰੌਲਾ ਪਾਓ, ਬਾਬਾ ਲਾ ਦਿਓ। बाबा उतारने का इख्तियार ना आपके पास है ना मेरे पास है, अमरीकी अवाम के पास है। ਉਹ ਅਮਰੀਕੀ ਅਵਾਮ ਨੂੰ ਤੁਸੀਂ ਜਿਹੜਾ ਗੱਲ ਨੂੰ ਚੱਕੋਗੇ ਤੇ ਫਿਰ ਪਤਾ ਲੱਗੇਗਾ ਨਾ। ਗੱਲ ਚੱਕਣੀ ਤੇ ਹੁਣ ਮੀਡੀਆ ਦਾ ਹੀ ਕੰਮ ਹੁੰਦਾ ਨਾ। ਹੁਣ ਟਰੰਪੂ ਕੱਲਾ ਕਿੰਨਾ ਕੋਲ ਟੱਕਰਾਂ ਮਾਰਦਾ ਫਿਰੇ। ਇਹ ਤੁਸੀਂ ਸਾਫੀ ਹੋ, ਤੁਸੀਂ ਅਗਰ ਫੜ ਲਓ ਨਾ ਡਾਂਗਾ ਤੇ ਬਾਬਾ ਇੰਜ ਚ ਲੈ ਜਾਵੇ। ਲੈ ਡਾਂਗਾ ਫੜ ਲਓ, ਬਾਬਾ ਲਾਣਾ ਜਾਲਾ ਲਾਣਾ। ਇਹ ਜਾਲਾ ਹੀ ਲੱਗ ਗਿਆ ਅਮਰੀਕਾ ਨੂੰ। ਇਹ ਪਹਿਲੇ ਉੱਲੀ ਲੱਗੀ ਸੀ, ਹੁਣ ਜਾਲਾ ਲੱਗ ਗਿਆ। और जाने दे मिस्टर ट्रम्प, देखें अमेरिका ने कितने खुले लफ्जों में दबंग अंदाज में धमकी लगाई है जो बाइडन ने कि अगर रूस ने यूक्रेन पे हमला किया तो हम पाइपलाइन उड़ा देंगे। यस छोटी धमकी है। ਇਹ ਬਾਲਾਂ ਵਾਲੀ ਧਮਕੀ ਆ। ਜਿਵੇਂ ਬਾਲ ਨਹੀਂ ਕਹਿੰਦੇ ਕਿ ਹੁਣ ਮੈਂ ਤੁਹਾਡਾ ਬਲਬ ਵੱਟਾ ਮਾਰ ਕੇ ਤੋੜਾ ਹੀ ਤੋੜਾਂ, ਜਾਂ ਕਹਿੰਦੇ ਆ ਕਿ ਹੁਣ ਤੂੰ ਸਾਡੇ ਬੂਹੇ ਅੱਗੋਂ ਲੰਘੀ, ਮੈਂ ਤੁਹਾਡੇ ਬੂਹੇ ਅੱਗੇ ਜਿਹੜਾ ਛੋਟਾ ਗਮਲਾ ਪਿਆ ਉਹ ਭੰਨ ਜਾਣਾ। ਸਿੱਧਾ ਕਵੇ ਮੈਂ ਰੂਸ ਡਾ ਕੇ ਰੱਖ ਦੇਣਾ, ਪਾਈਪ ਲੈਣ ਡਾਂਡੇ ਆ। ਇਹ ਮੈਂ ਰੱਬ ਜਾਣਦਾ ਹੱਲੇ ਵੀ ਅਮਰੀਕੀ ਆਵਾਮ ਨੂੰ ਸਹੀ ਸਮਝਾਉਣ ਡਿਆ। ਇਹ ਐਵੇਂ ਗਰੀਬ ਜਿਹਾ ਬਾਬਾ ਫੜ ਕੇ ਸਦਰ ਬਣਾਤਾ ਇਹਨਾਂ, ਇਹਨੂੰ ਲਾ ਦਮਣ। और भाई हमें कुछ करने दे, हम इक़्तिदार में हैं, कुछ करने दे हमें। हम अमेरिका की तरक्की करना चाहते हैं, हम सोच रहे हैं अमेरिका के लिए। ਇਹ ਤੁਸੀਂ ਅਮਰੀਕਾ ਦੀ ਪੀਟੀਆਈ ਹੋ, ਇੰਨੀ ਦੇਰ ਦੇ ਹੱਲੇ ਸੋਚਣ ਹੀ ਰਹੇ ਹੋ। ਫੇਰ ਇਲੈਕਸ਼ਨਾਂ 'ਚ ਕਹਿ ਦਵੋਗੇ ਇੱਕ ਵਾਰੀ ਹੋਰ ਦੇ ਦਿਓ, ਸਾਰਾ ਠੀਕ ਕਰ ਦਵਾਂਗੇ। ਜਿਹੜਾ ਇੱਕ ਵਾਰੀ 'ਚ ਕੱਖ ਨਾ ਕਰ ਸਕਿਆ ਉਹਨੇ ਦੂਜੀ ਵਾਰੀ ਕੀ ਕਰ ਲੈਣਾ। ਇਹ ਲਾ ਦਵੋ ਬਾਬਾ, ਹੱਲੇ ਵੀ ਤੁਹਾਨੂੰ ਕਹਿਣਾ ਟਰੰਪੂ ਲੈ ਆਵੋ। तो तू ही अपोजिशन च रहा एडा तलाल चौधरी ना बन। ਰੱਬ ਜਾਣਦਾ ਮੇਵਿਆਂ ਵਾਲਾ ਬੰਦ ਤੇ ਟਰੰਪੂ ਬੜੀ ਮੁਸ਼ਕਲਾਂ ਲੱਭਦੇ ਆ। ਆ ਕਦੀ ਕਦੀ ਨਿਕਲਦਾ ਮੇਵਾ ਬੰਦ ਚੋਂ। जितना मर्जी शोर मचा लो, नहीं देंगे एनआरओ तुम्हें। ਉਹ ਬਹਿ ਜਾ, ਏਡਾ ਤੂੰ ਬਾਮਾ ਖਾਂ। ਇਹ ਦਿਲ 'ਚ ਮੈਂ ਇਹ ਕਿਹਾ, ਏਡਾ ਤੂੰ ਮਾਮੇ ਖਾਂ। समझते हैं, हम समझते हैं। ਪੁੱਤ ਵੇਖੀ ਜਰਾ ਇਲੈਕਸ਼ਨ ਆਣ ਦੇ। आने दे। ਇਹ ਬਾਬੇ ਨੇ ਵੇਖੀ ਉਸ ਵੇਲੇ ਐਮਰਜੈਂਸੀ 'ਚ ਪਿਆ ਹੋਣਾ। ਇੰਨੇ ਕੁ ਵੋਟ ਲੱਭੜਿਆ ਇਹਨੂੰ ਐਡੇ ਕੁ। अच्छा
वैसे बाबा आप ही बताएं ना कि आपका क्या रोल है इनकी हुकूमत में? आप क्यों कह रहे हैं कि हम मिल बैठ के सोचेंगे? ये इनका काम है, आप खाम का ਐਵੇਂ ਤੂੰ ਕੌਣ ਮੈਂ ਖਾਮ ਖਾ ਯਾਨੀ ਕਿ ਉਹ ਕੀ ਆਂਦੇ ਆ ਸਵਾਹ ਲੈਣ ਆਈ ਤੇ ਘਰ ਵਾਲੀ ਬਣ ਬੈਠੀ ਹਾਲਾ ਇਹਦੇ ਤੇ ਆਪਣੇ ਘਰ ਬੜੀ ਸਵਾਹ ਹੋਣੀ ਚਾਹੀਦੀ ਆ ਇਹ ਐਵੇਂ ਧੱਕੇ ਨਾਲ ਹੀ ਜੋ ਬਾਈਡਨ ਦਾ ਸ਼ੇਖ ਰਸ਼ੀਦ ਬਣੇ ਆ ਬਾਬਾ ਦਿਲ ਕਰੇ ਮੂੰਹ ਵੀ ਨਾ ਲਾਣਾ ਚਾਹੁੰਦਾ ਹੋਵੇ ਐਵੇਂ ਮਸ਼ਵਰੇ ਦੇਈ ਜਾਂਦਾ ਇਹੋ ਜਿਹੇ ਬੰਦੇ ਸਾਰੀ ਜ਼ਿੰਦਗੀ ਸਾਈਕਲ ਚਲਾਉਂਦੇ ਆ ਤੇ ਮਰੀ ਚ ਬਰਫ਼ ਚ ਫਸੀ ਗੱਡੀ ਵੇਖ ਕੇ ਤੇ ਐਵੇਂ ਉਤਰ ਕੇ ਗੱਡੀ ਵਾਲੇ ਨੂੰ ਮਸ਼ਵਰੇ ਦੇਣ ਦੇ ਹੁੰਦੇ और बिल्कुल वो पहाड़ी के किनारे पे गाड़ी खड़ी होती है, उसको मशवरा दे रहे होते हैं पहले गियर छुपा के रेस दे। नहीं ऐसे ही नहीं, हमारी दोस्ती हिमालय से ऊंची है। ਚਲਾਈ ਸਾਰੀ ਜ਼ਿੰਦਗੀ ਸਾਈਕਲ ਆ ਤੇ ਗੱਡੀ ਵਾਲੇ ਨੂੰ ਕਹਿਣ ਡਿਆ ਪੈਡਲ ਪਿੱਛੇ ਨੂੰ ਮਾਰ ਪੈਡਲ ਪਿੱਛੇ ਨੂੰ ਮਾਰ ਉਹਨੇ ਅੱਗੋਂ ਫਿਰ ਕੱਢੀਆਂ ਗਾਲਾਂ ਉਹ ਕਹਿੰਦਾ ਉਹ ਗੱਡੀ ਨੂੰ ਕਿਹੜੇ ਪੈਡਲ ਲੱਗੇ ਆ ਫੇਰ ਮੁੜਿਆ ਅੱਛਾ ਇਹਨੂੰ ਨਹੀਂ ਲੱਗੇ ਹੁੰਦੇ ਪੈਡਲ ਉਹ ਭਜਦੇ ਖੋਤੇ ਨੂੰ ਸੋਟੇ ਮਾਰਨ ਵਾਲਿਆ सदारत की है, अमेरिका की सदारत की है। हाँ 8 साल की है सदारत ओबामा ने। बड़ी बात है जी, देखे वो हक रखते हैं मुदाखलत का। 8 साल अमेरिका के सदर रहे हैं। ਇਹ ਤੇ ਦੀ ਬੇਵਕੂਫੀ ਆ ਇਹੋ ਹੀ 8 ਸਾਲ ਇਹਨੇ ਪਿੰਡ 'ਚ ਤੰਦੂਰ ਲਾਇਆ ਹੁੰਦਾ ਅੱਜ ਇਹਦੇ ਕੋਲ ਵੀ ਨਿੱਕੀ ਮੋਟੀ ਮੋਟਰਸਾਈਕਲ ਹੁੰਦੀ ਹੁਣ ਹਰ ਦੂਜੇ ਦਿਨ ਵੀਡੀਓ ਰਿਲੀਜ਼ ਹੋਈ ਹੁੰਦੀ ਆ ਕਿਸੇ ਲੈਣ 'ਚ ਖਲੋਤਾ ਧੱਕੇ ਖਾਉਂਦੇ ਆ ਪਰ ਮਤੱਕਾ ਉਹਦੇ ਨਾਲ ਲਾਇਆ ਜਿਹਦੇ ਆਪਣੇ ਕਸੀਨੋ ਪੁੱਤ ਜਨੈਦ ਜਿਹਦੇ ਆਪਣੇ ਕਲੱਬ ਜਿਹਦੇ ਆਪਣੇ ਪਲਾਜੇ जिन्नियां मर्जी बिल्डिंगां बना ला बंब अगे तो कुछ नहीं। अब देखो खान साहब बालिया बद बाबा देने लग गया नाज़रीन यहाँ में लेना एक छोटा सा वक्फा, हमारे साथ रहिएगा। शादियों पे लाइटिंग है ना, ये एक बहुत बड़ा खर्चा बन गया हुआ है। अच्छा इसमें जो है वो हालांकि जिद्दत आ गई है कि बिजली का खर्च कम होता है क्योंकि एलईडी लाइट्स आ गई हैं, लेकिन उनकी आराइश पर जो पैसे लगाए जा रहे हैं ना उनमें बदतरीज इजाफा होता जा। अच्छा भाईजान, शादियों के सीजन पे हम आम तौर पे इससे रिलेटेड गुफ्तगू करते हैं या याद माजी के हवाले से भी कई बातों का जिक्र करते हैं शादियों के हवाले से, और जिन चीज़ों में असराफ से काम लेते हैं बहुत ज़्यादा उनकी भी निशानदेही करने की कोशिश करते हैं। एक मामला हमने कभी उस मामले पे बात नहीं की, वो है कुमकुमे जलाना, लाइटिंग करना। ये जो शादियों पे लाइटिंग है ना, ये एक बहुत बड़ा खर्चा बन गया हुआ है। अच्छा इसमें जो है वो हालांकि जिद्दत आ गई है कि बिजली का खर्च कम होता है क्योंकि एलईडी लाइट्स आ गई हैं, लेकिन उनकी आराइश पर जो पैसे लगाए जा रहे हैं ना उनमें बदतरीज इजाफा होता जा रहा है, बल्कि बदतरीज नहीं कहना चाहिए, बहुत तेजी के साथ छलांगे मारता हुआ इजाफा हो गया। पूरा एक बिजनेस है, पूरी एक इंडस्ट्री बन गई हुई है, एक कारोबार की एक अलग शाख बन गई हुई है कि वो लाखों का वो उस पे लाइट के साथ कलर स्कीम पूरी करनी। हाँ कलर स्कीम बनाई जाती है। जैसे मैंने कहा ना, फूल जब हमने जिक्र किया था तो हमने बताया था कि फूलों को पूरी एक थीम बनाई जाती है कि ये जब दूल्हा अपने घर से निकलेगा तो ये थीम होगी, फिर दुल्हन का लिबास, दूल्हे का लिबास, ये सब कुछ एक सिंगल थीम के तहत किया जाता है। तो उसमें ये जो है लाइटिंग जो है बड़ा रोल प्ले करती है और उसका खर्चा। तुम क्यों मुस्कुरा रहे हो यार? मैं यार इसलिए मुस्कुरा रहा हूँ कि क्या फायदा थीमें बनाने का, शादी के महीने बाद थीमी होए होंगे ने एक दूसरे ने। तुम्हारे भाई ने ये मुझे कह दिया था, तुम्हारी भी तो बहन ने मुझे ये कह दिया था, तुम्हारे वाले साहब ने जब कहा था कि सूट में वो वाला दूंगा तो ये वाला क्यों दे दिया। शादी से पहले थीमें बन रही, लाइट की क्या थीम होगी, फूलों की क्या थीम होगी, और जिंदगी गुजारने की थीम सोचो। अच्छा बात ये है कि हम खुदा न खास्ता इस बात के मुखालिफ बिल्कुल नहीं है कि एक शादी वाला घर जो है वो शादी वाला घर लगना चाहिए, सीधी बात है। और मेरे वालिद साहब अल्लाह जन्नत नसीब करे, वो इस बात पे बहुत जोर देते थे, वो कहते थे कि ये कोई सादगी नहीं है कि आप जो है वो शादी वाला घर जो है उस पर लाइटिंग भी ना करें। वो कहते थे मुनासिब अंदाज में, मुनासिब मिकदार में लाइटें होनी चाहिए, किसी को पता तो चले कि यहाँ पे शादी हो रही है। अच्छा अगर आप इसकी थोड़ी सी हिस्ट्री ट्रेस करें ना, और अभी भी कई अरब मुल्कों में निशानदेही के लिए लाइट्स जलाई जाती हैं, इवन सो मच सो कि बरकी कुमकुमे रोशन किए जाते हैं मरग वाले घरों में। मकसद ये होता है कि बताया जाए कि यहाँ पे मरग भी हुई है। इसका मतलब है कि लाइट सिर्फ खुशी का इजहार नहीं है, लाइट एक निशानदेही का इजहार है। निशानदेही की जाती है, मेंशन किया जाता है
کہ دیر از سم تھنگ انیوژل ان دس ہاؤس. ایک کوئی غیر معمولی بات ہے اس گھر میں, شادی ہے, بیاہ ہے, کوئی غمی ہے, تو لیکن یہ ساری باتیں اسی وقت ہی اچھی لگتی ہیں جب وہ مناسب انداز میں ہو, مناسب مقدار میں, مناسب تعداد میں ہو. لیکن اب بھی آپ اگر کسی کو پوچھتے ہیں دور سے آئے ہوئے کہ یار وہ شادی والا گھر کدھر ہے اس گلی میں, کھبیا تو نال ہی لائٹاں لگی اور جب وہاں پہ پہنچتے تھے شادی والے گھر کے اگے تو اگے ایک سلوٹ کرنے والا بورڈ بھی لگا ہوتا نواں نواں افتخار ٹھاکر آیا نا ڈراموں میں, تو اسے دیکھ کے مجھے ایک دم یاد آیا یار یہ تو شادی والے گھر کے باہر وہ کمکموں والے بورڈ پہ سلوٹ کیا کرتا. تو اس نے بتایا کہ پاجی میں ادھر تو ہی اتر کے آئے. ویسے میں کئی دفعہ پاج جنید یہ سوچتا ہوں کہ آپ اکثر شادی حالوں میں جاتے ہیں نا جی, تو آپ یہ پھولوں کی خوبصورتی اور یہ جو اپنا لائٹوں شائٹوں کا کام ہوتا ہے, یہ وہ شادی حال والے کہتے ہیں کہ یہ آپ نے خود کروانا ہے, اگر آپ کہیں تو ہمارے پاس بندہ ہے. آپ جب بھی پتہ کروائیں گے نا تو یہ پھولوں والا بندہ اور یہ کمکموں والا بندہ لائمن یا ان کا پتیجی کا خاوند ہوگا یا ان کا کوئی دور نیڑے کا پتیجا لگتا ہوگا. یہ صرف اسے اکاموڈیٹ کرنے کے لیے یہ انہوں نے سیاپا ڈالا. اپنا ہی کاروبار ہوتا ہے یار زیادہ. میرا مطلب ہے کہ بھائی آپ نے مستقل شادی حال بنایا ہوا ہے تو باہر لائٹیں اس پہ مستقل لگوائیں. یہ شادی حال ہے نا, بالکل. یہاں اور کون سا صبح کے ٹائم کلاسیں لگتی ہیں, بالکل. آپ اس کو شادی حال کے طور پہ دے رہے ہیں کرائے پہ, تو یہ لائٹیں آپ کو پتہ ہے یہ اس کا حصہ ہے, تو آپ پھر مستقل ادھر لائٹیں لگوا چھوڑیں, بجائے اس کے کہ آپ اس کے علیحدہ پیسے کسی اور بندے کے تھرو اپنے کھیسے میں ڈالیں. سیدھا سچ بولیں اور لائٹیں وہاں لگوا. اسی طرح مصنوعی پھول لگائے جاتے ہیں, اس شادی حال کی ڈیکوریشن پہ لاکھوں روپے خرچ کیا جاتا ہے, تو چند لاکھ روپے وہاں پہ مصنوعی پھول بھی لگوا دیے, سب کا بھلا ہو جائے گا. لیکن سب کا بھلا کرنا مقصود ہوتا نہیں ہے, پیسے کمانا مقصود ہوتا ہے, تو اس لیے پھر وہ مختلف پارٹیوں کو اکوموڈیٹ کیا جاتا ہے. کرتے ہیں وہ سوچتے سب کا بھلا ہی ہے, ان کا نعرہ یہ ہوتا ہے سب کا بھلا اور میری کلے کی خیر. اچھا اس میں آپ یہ دیکھیں کہ یہ جو میں کہہ رہا ہوں نا کہ نشاندہی کرنا مقصد ہوتا ہے, اصل میں بنیادی طور پہ چند سال پہلے دیکھ لیں کہ 2-4 لڑیاں ہوتی تھیں, وہی مرچوں والی لڑیاں جو ہوتی تھی وہ پھینکی ہوتی تھی, پتہ چلتا تھا یہ شادی والا. پھر دھیرے دھیرے بڑھتا یوں لگنے لگ گیا, پھر اس میں ڈیزائن آ گیا, پھر اس میں خوبصورتی, پھر لوگوں نے اس بات کا مقابلہ کرنا شروع کر دیا کہ گھر سے کتنے دور تک, کتنے فرلانگ تک وہ جو سائیڈ روڈ لیمپس ہیں وہ لگائے گئے, وہ کہ جی وہ آپ تم نے تو کہا نا گلی مڑ کے پتہ چلے, وہ پتہ چلتا ہے شہر میں داخل ہوتے ہی پتہ چلے کہ اس گھر میں اس شہر میں شادی ہے. بالکل آپ ٹھیک کہہ رہے ہو, وہ لائٹوں کا راستہ جو بنایا جاتا تھا اس میں سے ہی بندہ شادی کے گھر پہنچ جاتا ہے, اور واقعی 2-2 میل تک اب تو لگاتے ہیں. اچھا یہ جو کمکمے ہیں ان کی بھی آپ کبھی ذرا ہسٹری ٹریس کریں, جیسے میں نے کہا کہ خوشی اور غمی دونوں, تو اس سے بھی پہلے وقت ہوتا تھا جب انسان جنگلوں میں رہتا تھا, تو روشنی کرنے کا مقصد کیا ہوتا تھا کہ درندوں سے محفوظ رہا جا سکے, جانوروں, خطرناک جانوروں سے محفوظ رہا جا سکے. جنگل کے قریب انسانی آبادی ہوتی تھی, وہ رات کو الاؤ روشن کرتے تھے تاکہ جانوروں کو دور رکھا جا سکے. تو پھر جیسے جیسے وقت ترقی کرتا گیا اور کچھ پہاڑوں سے مختلف گیسز نکلنا شروع ہوئیں, تیل نکلنا شروع ہوا. اس وقت تو پتہ نہیں تھا کہ تیل کس کام آئے گا, لیکن جو بالکل تیل کا جو ابتدائی استعمال تھا, جو فیول کا ابتدائی استعمال تھا, وہ یہی تھا کہ اس سے پہلے سب سے پہلے انسان نے چراغ روشن کیا تھا. اچھا چراغ کے لیے کیا انسان استعمال کرتا تھا کہ چراغ کو ظاہر ہے ہوا سے بچانا مقصود ہوتا تھا نا, تو جانوروں کی کھوپڑیاں, خالی کھوپڑیاں جو تھی اس میں چراغ روشن کیے جاتے تھے کہ وہ ہوا آتی بھی تھی اور ہوا بجھاتی بھی نہیں تھی چراغ کو. پھر پہاڑوں کی جو کھو ہوتی تھی, خالی چٹانیں جو ہوتی تھیں, وہ ایمپٹی جو ایریاز ہوتے تھے, ان میں چراغ روشن جیسے کیے گاؤں جاتے. پرانے گھر جو ہے اس کے اندر آرچیں بنائی ہوتی تھی, آرچ بنائی ہوتی تھی, وہاں پہ چراغ کو رکھا جاتا تھا. اور پھر ہر مذہب میں روشنی کا, چراغ کا تصور موجود ہے. ہمارے ہاں بھی کسی نہ کسی انداز میں شروع سے ہی یہ تصور موجود ہے. یہ میلہ چراغاں آنے والا ہے, تو یہ جو میلہ چراغاں ہے جس کو جشن بہاراں بھی کہا جاتا ہے, تو اس وقت یہ کوئی نئی بات نہیں ہے حالانکہ, اور یہ خالصتاً کوئی مذہبی رسم نہیں ہوتی تھی, بلکہ یہ ایک بہار کی آمد کا اعلان ہوتا تھا, خوشی کا اظہار ہوتا تھا. مہاراجہ رنجیت سنگھ کے بارے میں کہتے ہیں
کہ وہ بھی 1100 روپے کا چراغ جلایا کرتا تھا اور چادریں چڑھایا کرتا تھا. اس وقت 1100. ہاں اس وقت 1100. سر جی یہ شالامار باغ میں بھی وہ بارادری سی بنی, اس میں چراغ رکھنے کی ساری جگہ بنی, تاک بنی ہوتی تھی. پھر یہ ہمارے ہاں جب کوئی منت مانگی جاتی تھی تو پھر مسجد میں چراغ میں تیل ڈالا جاتا تھا. پھر مختلف تہواروں پہ چراغ روشن کیے جاتے ہیں, اس میں تیل ڈالا جاتا ہے. اور پرانے وقتوں میں آپ دیکھیں کہ انسان شروع سے سائنسدان طبیعت تھی اس کی, کہ وہ لکڑیوں سے جب وہ الاؤ روشن کیا جاتا تھا روشنی کرنے کے لیے, تو اس میں عام طور پہ جانوروں کی چربی میں بھگوئی جاتی تھی وہ لکڑی, تاکہ وہ دیر تک جلتا رہے. وہ جو مشل کے طور پہ ہاں مشل کے طور پہ. جنید صاحب وہ بھی تو نشاندہی تھی, بتی بال کے بنیرے اتنے رکھنی ہے, گلی بھول نہ جاوے چند میرا. چراغ کو لیمپ کہا جاتا ہے. لیمپ یہ کوئی الیکٹرک لیمپ نہیں ہے, لیمپ کا مطلب ہے چراغ, بل یونانی لفظ ہے لیمپاس. یہ ہر چیز جو ہے وہ دنیا میں آپ کو جب اس کو ہسٹری کو پکڑیں گے تو یونان میں نکلتی ہے جا کے. ہر شے یونان سے شروع, صحیح بات ہے. یونان اللہ پاک نے کو عجیب ہی خطہ بنایا ہوا, بہت رچ جو کلچر, ہیلتھ کیا, سویلائزیشن, میتھ کیا, ہر چیز یونان سے شروع ہوئی ہے. یار میں سوچتا ہوں کہ جتنا میں عقل مند ہوں شاید میں پہلے کہیں یونانی ہوتا تھا. ہو سکتا ہے. ہو سکتا ہے, میرا وہم ہے. ناظرین یہاں میں لینا ایک چھوٹا سا وقفہ, ہمارے ساتھ رہیے گا. تو سارا زور صرف نواز شریف واپسی میں ہی لگ رہا ہے. اب لوگوں کی پریشانی ختم کریں. بالکل. اگر نواز شریف کو واپس لانے کے بعد چھوٹا کو 150 روپے کلو ہوتا ہے تو پھر لے وہ نو بھائی جی نواز شریف دے واپس آنے نال کھاد دی بوری 350 دی ملنی ہے تو لے پھر انہوں. ناظرین آج ایک بار پھر ہماری محفل میں موجود ہیں پاکستانی سیاست میں مفاہمت اور صلح جوئی کی علامت محترم جناب چودھری شجاعت حسین صاحب, جنہوں نے گزشتہ روز نہ صرف اپنی سالگرہ منائی بلکہ مکمل صحت یابی کا جشن بھی. السلام علیکم صاحب, آپ کو دونوں چیزیں بہت بہت مبارک ہوں. بہت شکریہ, آپ لوگوں کی بھی بڑی مہربانی, اور آپ کے پروگرام میں ان سب لوگوں کا شکریہ ادا کروں گا جنہوں نے مجھے سالگرہ کی مبارکباد بھیجی. چوری صاحب تمہیں سالگرہ بڑی مبارک ہوئے. چوری صاحب خیر مبارک جناب, بڑی مہربانی, بڑی خوشی ہوئی. پاکستان میں بہت پیار کرنے والے ہزاروں لوگوں نے کیک بھی کاٹا ہے میری سالگرہ. جی بالکل. جی جی. سب نے یہ مبارکباد کے پیغامات بھیجے ہیں. اور میں جنید صاحب اللہ کا شکر کرتا ہوں کہ لوگ اتنی محبت کرتے ہیں کہ صحت کے لیے بھی بڑے لوگوں نے دعائیں مانگی ہیں, اور آپ لوگوں کی دعاؤں کی وجہ سے آج میں بیٹھا ہوں آپ کے سامنے اللہ تعالیٰ کی مہربانی سے. چوئی صاحب سیاست میں آپ کی شخصیت ایسی ہے کہ دشمن بھی آپ کی صحت کے لیے دعائیں کرتے ہیں. زلفی صاحب کو دیکھ کے مجھے یاد آیا گوگیر کا بندہ 4 پاؤنڈ دے کیک نو ہی کہن ڈیا ہوندا یار ایتکی سالگرہ تے پیسٹری کٹنی ہے. بات زلفی کی ہو رہی ہے, یاد آپ کو گوگا ہے, یہ کیا بات ہوئی؟ پیسٹری یاد آئی نا زلفی دیکھ کے, گالی یاد آ گئی گوگے دی. تو جنید صاحب یہ بڑی نصیبوں کی بات ہوتی ہے کہ لوگ آپ سے محبت کر رہے ہوں. اللہ کے فضل سے پورے پاکستان میں سے مجھے پیغامات آئے. آپ نے بھی تو لوگوں سے بہت محبت کی ہے نا. جی اللہ کے فضل سے ساری زندگی جنید صاحب ہر شخص سے محبت کی ہے, بلکہ ہم نے تو سیاست بھی محبت کی ہے. لوگ شادی محبت کی کرتے ہیں, ہم نے سیاست محبت کی. میں نے دیکھا چوری صاحب نے سیاست صلح کرائی ہے, لڑائی نہیں کرائی. جی اور اللہ کے فضل سے جس بھی پارٹی کے ساتھ کھڑے ہوئے ہیں جی جی مخلص دل سے کھڑے ہوئے ہیں, ملک نے ساتھ دیا ہے اللہ کے فضل سے, کبھی لالچ نہیں کیا کسی چیز کا. اب بھی جنید صاحب عمران خان صاحب کے ساتھ دل و جان سے کھڑے ہیں, مگر ساتھ ان کو یہ سمجھاتے بھی ہیں کہ ایڈا غصہ چنگا نہیں ہوتا. اب دیکھیں کہ نواز شریف نے اتنے پیسوں کی کرپشن نہیں کی جتنے پیسے انہوں نے اس کی واپسی کے لیے لگا دیے. اس کو واپس لانے کے لیے جتنے پیسے لگا چکے ہیں, اور یار انہیں تو کو تھی لینے نہیں کرن کی ڈے ہو. جنید صاحب انہیں دا وہ صاحب جی کسی بندے دا سنڈا پھس گیا نا کمرے چ, وہ نکلے نا باہر
ਤੇ ਉਹਨੇ ਫਿਰ ਛੱਤ ਤੋੜ ਕੇ ਤੇ ਸੰਡਾ ਬਾਹਰ ਕੱਢਿਆ, ਕਮਰਾ ਹੀ ਤੋੜ ਲਿਆ, ਆਪਣਾ ਕਮਰਾ ਹੀ ਸਾਰਾ ਭੰਨਤਾ ਸੰਡਾ ਬਾਹਰ ਕੱਢਣ ਵਾਸਤੇ। ਉਹ ਸੰਡਾ ਬਾਹਰ ਕੱਢ ਲਿਆ ਤੇ ਕੋਲੋਂ ਇੱਕ ਨਿੱਕਾ ਜਿਹਾ ਬੱਚਾ ਕਹਿੰਦਾ ਸਾਰਾ ਕਮਰਾ ਤੁਹਾਂ ਤੋੜ ਦਿੱਤਾ, 15-20 ਲੱਖ ਰੁਪਏ ਦਾ ਤੇ 1.5 ਲੱਖ ਦਾ ਸੰਡਾ ਸੀ, ਅੰਦਰ ਹੀ ਲਾਲ ਕਰਕੇ ਬਾਹਰ ਕੱਢ ਲੈਂਦੇ। मेरा मतलब है बात वो करनी चाहिए जो समझ में आ रही हो। जी हाँ, जी हाँ। भाई तो सारा जोर सिर्फ नवाज शरीफ वापसी में ही लग रहा है। अब लोगों की परेशानी खत्म करें। बिल्कुल। अगर नवाज शरीफ को वापस लाने के बाद छोटा को 150 रुपए किलो होता है तो फिर ले वो नो भाई जे नवाज शरीफ ਦੇ ਵਾਪਸ ਆਉਣ ਨਾਲ ਖਾਦ ਦੀ ਬੋਰੀ 350 ਦੀ ਮਿਲਣੀ ਹੈ ਤੇ ਲੈ ਆਓ ਫਿਰ ਉਹਨੂੰ। ਜੇ ਨਵਾਜ਼ ਸ਼ਰੀਫ ਦੇ ਵਾਪਸ ਆਉਣ ਨਾਲ ਤੁਹਾਡੀ ਗੈਸ ਦੀ ਲੋਡ ਸ਼ੈਡਿੰਗ ਮੁੱਕ ਜਾਂਦੀ ਹੈ ਤੇ ਲੈ ਆਓ ਫਿਰ ਉਹਨੂੰ। ਚੌਧਰੀ ਸਾਹਿਬ ਖਾਦ ਔਰ ਗੈਸ ਦੇ ਬਗੈਰ ਵੀ ਗੁਜ਼ਾਰਾ ਹੋ ਰਿਹਾ, ਲੇਕਿਨ ਇਹ ਗੋਸ਼ਤ ਵਾਲੀ ਗੱਲ ਤੁਸੀਂ ਬੜੀ ਅਹਿਮ ਕੀਤੀ। खुदा का नाम लो, गोश्त मिल भी गया तो गैस नहीं होगी तो कच्चा खाना है। जुनैद साहब खा जाना वाला कच्चा भी ਇਹਦੇ ਤੁਹਾਨੂੰ ਦੱਸਿਆ ਨਹੀਂ, ਈਦ ਵਾਲੇ ਦਿਨ ਬੱਕਰਾ ਲੈ ਕੇ ਆਇਆ ਤੇ ਅੱਧਾ ਪਿੱਛੋਂ ਕੱਚਾ ਖਾ ਗਿਆ। ਉਹ ਬੱਕਰਾ ਵੀ ਛਟਾਲਾ ਖਾਣ ਡਿਆ ਸੀ, ਉਹਨੂੰ ਪਤਾ ਹੀ ਨਹੀਂ ਲੱਗਾ ਮੇਰੇ ਨਾਲ ਪਿੱਛੋਂ ਹੋਏਗੀ। ਉਹਦਾ ਛਟਾਲਾ ਮੁੱਕਿਆ तो पीछे डिग गया बेचारा। काफ लीग ने वैसे किसी के साथ रट्टा नहीं कभी डाला, हमेशा सियासत की बात की। वाह सियासत ना ही है रट्टा ना पाओ। वाह बिल्कुल। सियासत चीज ही है गौरी साहब, रट्टा डालने की क्या जरूरत है। भाई आपने हुकूमत चलानी है, आवाम की बेहतरी सोचनी है, अपने मुल्क की बेहतरी सोचनी है, दैट्स इट। अगर आप लड़ाई झगड़ों में बढ़ जाएंगे तो पर्सनल हो जाएंगे, फिर आप अपने 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 लड़ाइयाँ झगड़ियाँ जी सारा वक्त लगा देंगे। देखें ना जरा, हुकूमत का टाइम खत्म होने वाला हो गया है। बिल्कुल। इन्होंने को नवाज शरीफ शबाज शरीफ का इन्हें रट्टा मुक्कन डे। तो मेरा मतलब है कि गोगा जी 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 ਜਿਹੜੀ ਤੁਸੀਂ ਗੋਸ਼ਤ ਦੀ ਗੱਲ ਕੀਤੀ ਹੈ जी हाँ, ਇਹ ਮੈਨੂੰ ਵੈਸੇ ਅੱਛੀ ਲੱਗੀ ਹੈ ਤੁਹਾਡੀ ਗੱਲ। थैंक यू। ਮੈਂ ਤਾਂ ਇਹ ਹੈਰਾਨ ਹਾਂ ਕਿ ਤੁਸੀਂ ਜ਼ਿੰਦਗੀ 'ਚ ਖਾਣ ਪੀਣ ਤੋਂ ਇਲਾਵਾ ਕੁਝ ਸੋਚਦੇ ਹੀ ਨਹੀਂ। ਇਹ ਤੁਹਾਡੇ ਵਾਸਤੇ ਜੋ ਹੋਵੇ ਤਾਂ ਤੁਸੀਂ ਕੱਪੜਿਆਂ ਦੀ ਥਾਂ ਵੀ ਬੱਕਰੇ ਦੀ ਖੱਲ ਪਾ ਕੇ ਆ ਜਾਓ। चौधरी साहब दौर ही ऐसा है, रोटी रोजी चलती रहे, बड़ी गल। दौर ही ऐसा है या ਤੁਹਾਡੀ तबीयत ही ऐसी है। तो साहब आप ये बात इतने यकीन से कैसे कह सकते हैं कि नवाज शरीफ साहब वापस नहीं आएंगे? देखें ये पहले भी 2-3 दफा हो चुका है, इसलिए कह रहा हूँ। ये पहले भी इसी तरह 2-3 दफा बाहर गए हैं, तो वापस वो उस वक्त ही आए हैं जब यहाँ पे ग्राउंड बन गई है। तो मैं समझता हूँ कि अभी जो गेम उनके हाथ में नहीं है यहाँ पे, इसलिए अभी वो यहाँ वापस नहीं आएंगे। उनको भी पता है कि इस वक्त अगर जाएंगे तो हमारे खिलाफ सारा के तो हमारे खिलाफ हो जाएगा। तो अच्छा साहब उन लोगों के नाम तो बताएं जिनके बारे में आपने ये कहा है कि नून लीग के जो लीडर्स जो हैं वो नवाज शरीफ की वापसी की बात कर रहे हैं, असल में वो वजारत उज़्मा के उम्मीदवार हैं। जुनैद साहब ये सियासत जो होती है ये सारी खोल के नहीं आगे रख देते। ये कोई रोटी नहीं जड़ी खोल के गोगे के रख दी है। ये सियासत है, सियासत इसमें कई बातें ढकी छुपी करनी पड़ती है। अच्छा। तो ये जो भी आपने मोहब्बत और प्यार की बात की है वो इसीलिए लोग आज तक हमारे साथ करते हैं कि हम ढकी छुपी बात भी करते हैं, जिससे किसी की दिल आज़ारी हो रही हो, किसी की इज्जत पे हरफ आता हो, हम वो बात नहीं करते कभी। वाह हम सब कुछ जानते हैं, सारा समझते हैं कौन कौन वज़ीर आज़म बनना चाहता है और कौन कौन साथ देना चाहता है उनका। मगर हमें सानू की लोड़ है, हमें छिछो दी मासी अगर लड़ाई बुआ दी है अगले दे घर च। शेर साहब लॉन्ग मार्च जो अपोजिशन को करना चाहिए 23 मार्च को या नहीं? उन्होंने को पूछो, मैंने की पता है। मेरे को अजे पूछन दिया जी, टेंट मेरे को लेने उन्होंने वो जाने दे, उन्होंने काम जाने। वैसे मैं समझता हूँ कि ये इस तरह की चीज़ें जो होती हैं ये इस तरह के मामला मुल्क के लिए नुकसानदेह होते हैं। ये मुल्क की बेहतरी सोचें, एक दूसरे के साथ ये लड़ाई झगड़ों से मुल्क नहीं चलते, ना ही अवाम को रिलीफ मिलता है। अवाम बल्कि मजीद टेंशनों में गिर जाती है। लेकिन चौधरी साहब शेख रशीद साहब तो कहते हैं कि ये पीडीएम वाले आए मैं इनकी मेजबानी करूंगा।
ਸ਼ੇਰ ਸ਼ਹੀਦ ਸਾਹਿਬ ਬੜੇ ਅੱਛੇ ਆਦਮੀ ਨੇ, ਇਹੋ ਜਿਹੇ ਬੰਦੇ ਆਪਣੀ ਇੱਕ ਬੋਟੀ ਵਾਸਤੇ ਅਗਲੇ ਦਾ ਲੇਲਾ ਸੇਵਾ ਕਰਾ ਦਿੰਦੇ। क्या जरूरत है इस तरह की दावत देने की कि आओ तो मेजबानी करें। उनको समझाएं यार खुदा के वास्ते मुल्क के लिए सोचे बेहतर, बिल्कुल जो मुल्क की बेहतरी में जो है चीज़ वो होनी चाहिए। हाँ, तो जुनैद साहब मैं ये समझता हूँ कि जिन्ना भी मामला चल रहा है इसलिए एक कोई अच्छी गल नहीं हो रही। अवाम परेशान है और सियासतदान आपस में लड़ झगड़ रहे हैं, ये कोई अच्छी बात नहीं है। बिल्कुल मैं तो जुनैद साहब कोई शादी पे भी बुलाए तो मैं कहता हूँ ज़रूर जाना चाहिए। ये शादियों के ऊपर नून लीग वाले की शादी जिस तरह नून लीग वाले जान गए, PTI वाले की शादी जिस तरह PTI वाले जान गए। और यार जी उसे रोटी पकी उसे कड़ा बोटियां दे लिखे PTI। कहता हमारा गोगा जो है ना वो इस बात का बहुत ख्याल रखता है। ये अगर मसरूफियत की वजह से किसी शादी में ना भी जा सके ना तो ये खास तौर पे फोन करता है, मुझे खाना पैक करके भिजवा दे, मैं आपकी खुशी में शामिल होना चाहता हूँ। वैसे तुहाडी दूजी गल ते जिहड़ी है वो तां मन्ना जे पहली ठीक होवे ते तुहाडी पहली गल ही गलत है। मसरूफियत की वजह तो क्यों ना जा सके जी। एक गोगा जिहड़ा इहदे साडी भरजाई दा एक बारी ऑपरेशन सी, डॉक्टर ने कहा कि फौरी तौर पर ऑपरेट होना चाहिए। इन्हें कहा ठीक है फिर तुसी 9 बजे के बाद रख लो, मैं एक विआह ते जाना 7 बजे 9 बजे तक वापस आ जाऊंगा। नाज़रीन यहाँ में लेना एक छोटा सा वक्फा, हमारे साथ रहिएगा। कई दफा सोचता हूँ कि यार मियाँ बीवी घर में बैठ के एक दूसरे के साथ बातें क्यों नहीं करते। वाह, हाय हाय हाय, क्या खूबसूरत बात की। बहुत हमारे जो मुआशरती रवायात हैं उसमें एक झिझक है कि मियाँ बीवी बैठ के बातें करें। अच्छा यार कुछ चीजें ऐसी होती हैं जिन पे हम ना कभी गौर करते हैं, ना डिस्कस करते हैं, ना हमारा ध्यान जाता है, या शायद हम समझते हैं कि ये टॉपिक ही नहीं है, हालांकि बात वो बड़ी अहम होती है। अच्छा जी। उन्हीं बातों में से एक ये है कि मैं कई दफा सोचता हूँ कि यार मियाँ बीवी घर में बैठ के एक दूसरे के साथ बातें क्यों नहीं करते। वाह, हाय हाय हाय, क्या खूबसूरत बात की। बहुत हमारे जो मुआशरती रवायात हैं उसमें एक झिझक है कि मियाँ बीवी बैठ के बातें करें। बिल्कुल सही। अब तो खैर बड़े शहरों में हालत बदल गई है, ये रवाज इतना नहीं रहा, ये चाका खुल गया है। वरना छोटे शहरों में अभी तक ऐसा ही है, और ख़ास तौर पे देहातों में तो मर्द हजरात जो हैं ये एक बड़ी शर्मिंदगी समझते हैं कि औरत के साथ एक चारपाई पे बैठे हुए बात कर रहे हैं या खाना खा रहे हैं या वैसे ही बैठे हुए हैं तो वो ऊपर से आ गया कि तो एकदम मर्द खलो जाता, आओ जाओ बैठो इधर आ जाओ यार, बैठा रहो तो खुदा दा ना ही। आजकल एक पोस्ट बड़ी वायरल है कि जॉइंट फैमिली सिस्टम में बीवी के लिए खाने पीने की कोई चीज लेके जाना, जाहिर है छुपा के लेके जाना जो है वो जंग लड़ने के मतरादफ होती है। मेरा मतलब है कि मैं सोचता हूँ कि यार ये क्या चीज है, ये क्या एक फजूल सी बात है या सोच है कि बीवी जो आपका लाइफ पार्टनर है, हाँ जी, मर्द हजरात अक्सर अपनी मर्दानगी के खिलाफ समझते हैं बीवी से मशवरा करना। यार ਉਹਦੇ ਨਾਲ मशवरा कर, बड़ा तेरा मिट्टी दे बांदर वर्गा मुंह। आई मीन वैसे मैं कह रहा हूँ कि बीवी से मशवरा करना मर्दानगी के खिलाफ इसलिए समझा जाता है कि दूसरे लोग जो है वो ताना देंगे और बूढ़ी दे मगर लग गया। ये अजीब एक सोच नहीं, है। और दूसरी तरफ बीवियों का भी यही है कि वो पूरे महल्ले की औरतों के साथ बेचारी बैठ के दुख सुख फोल लेंगी, अपनी बातें कर लेंगी, उनसे पूछ लेंगी, बता लेंगी। खामद के साथ वो बात करते हुए झिझक रही होती, बिल्कुल सही कह रहे हैं। पता नहीं ये क्या अजीब सा है हमारे मुआशरे की, ये रवायत कैसी है, ये समझ नहीं आई हाँ इसकी। जी, जबकि आप देखें कि ये हदीस शरीफ है ना जी कि रसूल पाक सल्लल्लाहु अलैहि वसल्लम ने फरमाया कि जो शख्स अपनी बीवी से जितना अच्छा है या जिसकी बीवी जिससे जितनी है खुश है वो बंदा उतना अच्छा है। तो ये तो एक मेरा ख्याल है कि मामला ही बड़ा अहम है। अगर इस तरफ से आप देखें तो सबसे अहम मामला तो यही है कि मियाँ बीवी आपस में प्यार मोहब्बत हो। आम घरों में भी, लेकिन जॉइंट फैमिली सिस्टम में खास तौर पे
شوہر بیوی کے بنے ہوئے کھانے کی تعریف کرنے سے بھی کتراتا ہے کہ وہی پھر جو ہے وہ بزرگوں کی طرف دیکھ دیکھ کے بہت آہستہ آواز میں کہے گا کہ بہت اچھا بنایا. یا کھل کے کہو, بیوی کے لیے اس سے بڑی اپریسیشن کیا ہے کہ اس نے کھانا بنایا ہے اور آپ اس کی تعریف کر دیں 2 جملوں سر میں. تعریف اس لیے نہیں کرتے کہ فٹیک پی جانی, انہیں کہنا مینوں سوٹ بھی لے دیو, مینوں یہ چیز گھٹ ہے وہ بہت اچھا. اللہ کو قرآن چکا کے پوچھو انہیں کدی سوٹ لے کے دیتا ہے؟ اس مسکینڑی دے پیکے ہی بھیج دینے آج تک, اور خود بھی موصوف اپنے بچیاں دے کپڑے پا کے شو چ آ جائیں. یہ تو اللہ کی بلیسنگ ہے نا اس ہاں پر جی کہ ہاں جی. سائز اور جب سائز نواں ایک سوٹ جیسا ہے. سوان نا تو تسی پوچھو کہ بڑا اچھا ہے یار, کتھوں سوایا ہے؟ وہ ایک میرا دوست ہے, وہ 1000 روپے کا کپڑے سمیت مجھے دے دے. یعنی روٹیاں دا رومال نہیں نا جنہیں پیسے دا ہوندا انہیں دا سوٹ سوا لے. ایسا کاریگر آدمی. تو میرا مطلب ہے کہ یہ چاکا سا جو ہوتا ہے میاں بیوی کا آپس میں ہمارے معاشرے میں, اس کی مجھے آج تک یہ سمجھ 100% ہمارا معاشرتی چلن ہے, ہمارے دین کا اس سے کوئی تعلق نہیں. بالکل کوئی تعلق ہم نے نہیں. زبردستی اس کو دین کے لبادے میں لپیٹنے کی کوشش جی, کی. بلکہ دین تو اس سے الٹ حکم کر رہا ہے نا کہ میاں بیوی کا پیار جو ہے وہ ثابت کرتا ہے کہ یہ کتنے اچھے لوگ ہیں. اور ہم لوگ جو ہیں وہ ہم الٹ کر رہے ہیں. ہم یہ ثابت کرنا چاہتے ہیں کہ میں بیوی کو منہ نہیں لگاتا, بالکل میں بالکل اس کو لفٹ نہیں کراتا, یا میں بالکل اس کے کوئی تھلے نہیں لگا ہوا. اس کا نام ہم نے یہ رکھ لیا ہے. وہ امان اللہ خان مرحوم, اللہ تعالیٰ ان کو جنتوں میں جگہ دے, بڑی اچھی بات کیا کرتے تھے کہ پڑھے لکھے لوگ جو ہیں وہ اگر میاں بیوی اچھے رہ رہے ہوں تو کہتے ہیں ان میں بڑی انڈرسٹینڈنگ ہے. اور ماڑا آدمی جو ہے وہ بیچارہ اگر بیوی کے ساتھ اچھا رہ رہا ہو تو تانے دینا شروع ہو جاتے ہیں کہ چڈو ہے بیوی دے تھلے لگا. تو میرا مطلب ہے کہ اس کو ختم ہونا چاہیے, اس چیز کو. میاں بیوی کا جو آپس میں رشتہ ہے ایک پیار محبت کا, اس کو دوسروں کے سامنے اظہار کرتے ہوئے یا شو کرتے ہوئے شرمندگی نہیں ہونی چاہیے. بالکل. اگر آپ یہ محسوس کر رہے ہیں کہ میں بیوی کے ساتھ اگر خوش اخلاقی سے بولوں گا تو لوگ کیا کہیں گے, تو یہ میرا خیال ہے کہ یہ بڑی بری بات ہے. یہ دوسروں کو یہ اگر شو ہو رہا ہے کہ آپ بیوی سے پیار کرتے ہیں, اس سے مشورہ لیتے ہیں, اس کی بات سنتے ہیں, اس کو بات سناتے ہیں, تو بھائی یہ اچھی بات ہے, یہ شرمندگی والی بات نہیں ہے. یہ ذہنوں سے اب نکلنا چاہیے ہمارے. ہم لوگ جو ہیں وہ ہمارا مذہب یہی کہتا ہے اور انسانیت بھی یہی کہتا ہے کہ آپ کا جو لائف پارٹنر ہے, جس نے آپ کو ساری زندگی اپنی دے دی ہے, جس نے آپ کے 3 لفظوں پہ اعتبار کر کے تو آپ پوری زندگی آپ کے ہاتھ میں دے دی ہے, آپ اس کو سب سے پہلے اول ترجیح دیں اس کو اپنی زندگی میں. اس سے بات کرنے کے لیے, اس سے مشورہ کرنے کے لیے, اس سے محبت کا اظہار کرنے. اچھا, بیوی کے ساتھ خوش اخلاقی کے ساتھ بات کرنے کی کوئی اتنی زیادہ قیمت بھی نہیں چکانی پڑتی. 2-3 گھوریاں ہیں بزرگوں کی طرف سے, وہ بندہ برداشت کر لیتا ہے. نہیں, ویسے سیریسلی میں سوچتا ہوں کہ ہم مطلب کئی دفعہ یہ سوچتے ہیں کہ میاں بیوی باتیں کر رہے ہوں گے تو بچے کیا سوچیں گے. بچوں نے کیا سوچنا ہے بھائی, ان کو پتہ ہے یہ ہمارے ماں باپ ہیں. اچھا, پھر ایک اور چیز یہ بھی کئی لوگ سوچتے ہیں کہ بیوی سے کیا مشورہ لیں, اس کو تو اتنی عقل نہیں. بھائی خدا کے واسطے آپ اس کے ساتھ لائف گزار رہے ہیں, اور وہ ایک جیتی جاگتی ایک جان ہے, ایک انسان ہے, اور وہ بھی پڑھی لکھی ہو سکتی ہے, وہ بھی عقل مند ہو سکتی ہے, وہ آپ سے زیادہ شعور رکھنے والی بھی. بالکل. کئی معاملات میں عورت کو مرد سے زیادہ عقل ہوتی ہے, کیونکہ عورت کے بارے میں یہ کہا جاتا ہے کہ وہ سٹیبل مائنڈ کی مالک ہوتی ہے, مرد جذباتیت کا شکار ہوتا ہے. ہاں جی ہاں جی. اور عقل مند بیویاں جو ہوتی ہیں, عقل مند خواتین, وہ بڑے بڑے خطرناک سچویشن میں خاوند کو انتہائی اچھی بات کر رہی ہوتی, بالکل انتہائی خوبصورتی کے ساتھ اس کو اس کا مسئلہ حل کر دیتی. تو میرا مطلب ہے کہ سیانے تو کہتے ہیں کہ کاند کو بھی مشورہ لے لینا چاہیے. بالکل. تو بیوی کام ہی کام کاند تے نہیں نہ ہوندی. آج بھابھی ہماری مچھلی والی بوٹی ڈال کے دیں گے انشاءاللہ. وہ تے اللہ دے فضل نال میں پانڈی ایسے چمکانا کہ وہ میری کھری ہو جاندی. لیکن آج صرف مچھلی والی بوٹی نہیں, روغنی نان بھی ملے گا. کی گل کرنا یار, وہ تے میں اللہ دی رحمت نال 8 سوٹ کٹھے اس طرح کرا, 2 نان مل جاندے. ہر چیز کی قیمت دیکھو اس نے کیا رکھی ہوئی ہے. پکواواں پھر آج اپنے گھر یردا, پکواواں تم میرے روب کو نہیں جانتے, پکواؤں پھر یردا. کیسے لاوا سارے گھر دے جالے تے پکے پھر یردا.
ناظرین یہ تھا آج کا حسب حال، اور آج کی چھوٹی سی بات یہ، بے حساب حسرتیں نہ پالیے، بے حساب حسرتیں نہ پالیے، جو ملا ہے اسے سنبھالیے۔ خوش رہیں، خوش رکھیں۔ آپ سے ملاقات ہوگی انشاءاللہ کل۔ اللہ حافظ۔